ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਪਿਛਲੇ ਕੁਝ ਦਿਨਾਂ ਤੋਂ ਅਲਜੈਬਰੇ ਟੌਪਿਕ ਦਾ ਸਬ ਗਰੁੱਪ ਟੌਪਿਕ ਕਰ ਰਹੇ ਹਾਂ। ਉਹ ਸਬ ਗਰੁੱਪ ਟੌਪਿਕ ਦੇ ਵਿੱਚ ਜਿਹੜਾ ਆਪਾਂ ਨੈਕਸਟ ਟੌਪਿਕ ਕਰਨਾ ਹੈ ਉਹਨਾਂ ਦੇ ਵਿੱਚ ਫੰਕਸ਼ਨ ਕਾਫੀ ਯੂਜ਼ ਹੋਊਗਾ। ਟੌਪਿਕ ਜੋ ਫੰਕਸ਼ਨ ਟੌਪਿਕ ਹੈ ਤੁਸੀਂ +1 ਦੇ ਵਿੱਚ ਹੀ ਪੜ੍ਹਿਆ ਹੈ ਤੇ ਨਾਲ ਡਿਸਕ੍ਰੀਟ ਵਿੱਚ ਹੀ ਪੜ੍ਹਿਆ ਹੋਵੇਗਾ, ਪਰ ਇਹ ਫੰਕਸ਼ਨ ਟੌਪਿਕ ਆਪਾਂ ਦੁਬਾਰਾ ਕਰਨਾ ਚੰਗੀ ਤਰ੍ਹਾਂ। ਜੇ ਇਹ ਚੰਗੀ ਤਰ੍ਹਾਂ ਆਉਂਦਾ ਹੋਊਗਾ ਤਾਂ ਹੀ ਆਪਣਾ ਜਿਹੜਾ ਸਬ ਗਰੁੱਪ ਦਾ ਟੌਪਿਕ ਹੈ ਅੱਗੇ ਵਾਲਾ ਉਹ ਚੰਗੀ ਤਰ੍ਹਾਂ ਹੋ ਪਾਊਗਾ। ਚਲੋ ਫੰਕਸ਼ਨ ਸ਼ੁਰੂ ਕਰਦੇ ਹਾਂ ਆਪਾਂ। ਜਿਹਨੇ ਪਹਿਲਾਂ ਪੜ੍ਹਿਆ ਹੈ ਚੰਗੀ ਗੱਲ, ਜਿਹਨੇ ਨਹੀਂ ਪੜ੍ਹਿਆ ਹੈ ਪਹਿਲਾਂ ਤਾਂ ਉਹ ਵੀ ਹੁਣ ਦੁਬਾਰਾ ਦੇਖ ਲਿਓ। ਇਹ ਸਾਰਾ ਟੌਪਿਕ ਆਪਾਂ ਦੁਬਾਰਾ ਕਰਾਂਗੇ। ਸੋ ਫੰਕਸ਼ਨ ਹੁੰਦਾ ਕੀ ਹੈਗਾ ਉਹ ਦੇਖਣਾ ਆਪਾਂ ਨੇ ਪਹਿਲਾਂ। ਜਿਵੇਂ ਪਹਿਲਾਂ ਆਪਾਂ ਮੋਟਾ ਜਿਹਾ ਆਈਡੀਆ ਲਵਾਂਗੇ, ਫਿਰ ਬਾਅਦ ਚ ਪ੍ਰੋਪਰ ਡੈਫੀਨੇਸ਼ਨ ਕਰਾਂਗੇ। ਇਹ ਪ੍ਰੋਪਰ ਡੈਫੀਨੇਸ਼ਨ ਬਾਅਦ ਵਿੱਚ ਆਊਗੀ। ਇਹਦੇ ਵਿੱਚ ਪਹਿਲਾਂ ਜਿਵੇਂ ਛੋਟੀ ਕਲਾਸ ਦੇ ਕੁਐਸਚਨ ਦਿੱਤੇ ਹੋਣਗੇ, ਜਿਵੇਂ x + y = 6, ਇਹਦਾ ਗ੍ਰਾਫ ਡਰਾ ਕਰਨਾ। ਇਹਦਾ ਆਪਾਂ ਨੇ ਗ੍ਰਾਫ ਡਰਾ ਕਰਨਾ ਤਾਂ ਇਹਦਾ ਗ੍ਰਾਫ ਤੁਹਾਨੂੰ ਯਾਦ ਹੋਵੇ ਸ਼ਾਇਦ ਕਿ y = 6 - x ਕਰ ਲਵੋ। ਫਿਰ ਇਹਦੇ ਵਿੱਚ ਆਪਾਂ ਵੈਲਿਊਜ਼ ਭਰਦੇ ਹੁੰਦੇ ਆ। ਵੈਲਿਊਜ਼ ਭਰੀਆਂ ਮਤਲਬ ਉਰੇ x ਹੋ ਗਿਆ, ਉਰੇ y ਹੋ ਗਿਆ। ਪਹਿਲਾਂ x ਆਪਾਂ 1 ਭਰਿਆ, y 5 ਆ ਗਿਆ। x 2 ਭਰਿਆ, y 4 ਆ ਗਿਆ। x 3 ਭਰਿਆ, y 3 ਆ ਗਿਆ। ਆਹ ਵੈਲਿਊਜ਼ ਆ ਗਈ। ਇਹਦੇ ਚ ਹੋ ਕੀ ਰਿਹਾ ਉਹ ਦੇਖਣਾ ਆਪਾਂ ਨੇ। ਆਪਾਂ x ਦੀ ਵੈਲਿਊ ਭਰ ਰਹੇ ਹਾਂ, x ਦੀ ਵੈਲਿਊ ਭਰ ਰਹੇ ਹਾਂ ਅਤੇ y ਦੀ ਵੈਲਿਊ ਨਿਕਲ ਰਹੀ ਹੈ। ਹੁਣ ਜਿਹੜੀ x ਦੀ ਵੈਲਿਊ ਭਰਨੀ ਹੈ ਆਪਾਂ ਨੇ, ਕੀ ਉਹ ਆਪਾਂ ਹਮੇਸ਼ਾ 1 2 3 ਭਰਨੇ ਹਰੇਕ ਕੁਐਸਚਨ 'ਚ? ਨਹੀਂ, ਇਹ ਜੋ ਮਰਜ਼ੀ ਵੈਲਿਊ ਭਰ ਸਕਦੇ ਹਾਂ, ਮਰਜ਼ੀ ਹੈ ਆਪਣੀ। 0 -1 -2 -3 -4 ਜਿਹੜੀ ਮਰਜ਼ੀ ਵੈਲਿਊ ਭਰ ਸਕਦੇ ਹਾਂ ਆਪਾਂ। ਜਿਹੜੀ ਮਰਜ਼ੀ ਵੈਲਿਊ ਭਰ ਸਕਦੇ ਹਾਂ ਇਹਨੂੰ ਕਹਿੰਦੇ ਹੈਗੇ ਆ ਵੇਰੀਏਬਲ। ਵੇਰੀਏਬਲ ਉਹ ਹੁੰਦਾ ਹੈਗਾ ਜਿਹਦੀ ਵੈਲਿਊ ਵੇਰੀ ਕਰੇ, ਮਤਲਬ ਜਿਹੜੀ ਮਰਜ਼ੀ ਵੈਲਿਊ ਭਰ ਸਕਦੇ ਹਾਂ। x ਨੂੰ ਆਪਾਂ 1 ਭਰ ਸਕਦੇ ਹਾਂ, 2 ਭਰ ਸਕਦੇ ਹਾਂ, 3 ਭਰ ਸਕਦੇ ਹਾਂ, ਵੇਰੀਏਬਲ ਆ। y ਦਾ ਆਂਸਰ ਵੀ ਜੋ ਮਰਜ਼ੀ ਆ ਗਿਆ, ਮਤਲਬ y ਵੀ ਚੇਂਜ ਕਰ ਰਿਹਾ। ਪਹਿਲਾਂ 5 ਆ ਗਿਆ ਆਂਸਰ, ਫਿਰ 4 ਆ ਗਿਆ, ਫਿਰ 3 ਆ ਗਿਆ। ਤਾਂ x ਤੇ y ਜਿਹੜੇ ਨੇ, x ਵੀ ਵੇਰੀਏਬਲ ਆ ਅਤੇ y ਵੀ ਵੇਰੀਏਬਲ ਆ। ਦੋਨੇ ਵੇਰੀਏਬਲ ਨੇ ਕਿ ਦੋਨਾਂ ਦੇ ਵੈਲਿਊਜ਼ ਵੇਰੀ ਕਰਦੀਆਂ ਨੇ। ਪਰ ਜਿਹੜੀ ਇੰਪੋਰਟੈਂਟ ਗੱਲ ਇਹਦੇ ਵਿੱਚ ਇਹ ਹੈ ਉਹ ਹੈ ਕਿ ਆਪਾਂ x ਜੋ ਮਰਜ਼ੀ ਭਰ ਸਕਦੇ ਹਾਂ। ਮਤਲਬ ਉਹਦੇ ਆਪਾਂ ਕੀਤਾ ਹੋਣੀ ਕਿ x ਨੂੰ ਆਪਾਂ 0 ਭਰ ਸਕਦੇ ਹੈਗੇ ਆ, 1 ਭਰ ਸਕਦੇ ਹਾਂ, 2 ਭਰ ਸਕਦੇ ਹਾਂ, 3 ਜਿਹੜੀ ਮਰਜ਼ੀ ਵੈਲਿਊ ਭਰ ਸਕਦੇ ਹਾਂ। ਆਪਣੇ ਉੱਪਰ ਡਿਪੈਂਡ ਕਰਦਾ ਹੈ, ਆਪਾਂ ਜਿਹੜੀ ਮਰਜ਼ੀ ਵੈਲਿਊ ਭਰ ਸਕਦੇ ਹਾਂ। ਹੁਣ x ਦੀ ਵੈਲਿਊ ਆਪਾਂ ਜਿਹੜੀ ਮਰਜ਼ੀ ਭਰ ਸਕਦੇ ਹਾਂ, ਤਾਂ ਇਹਦੇ ਵਾਸਤੇ ਆਪਾਂ ਨੇ ਵਰਡ ਯੂਜ਼ ਕਰ ਲਿਆ ਕਿ x ਵੇਰੀਏਬਲ ਤਾਂ ਹੈ, ਪਰ ਜਿਹੜੀ ਮਰਜ਼ੀ ਵੈਲਿਊ ਭਰਨ ਕਰਕੇ ਇਹਨੂੰ ਕਹਾਂਗੇ ਕਿ ਇਹ ਇੰਡੀਪੈਂਡੈਂਟ ਵੇਰੀਏਬਲ ਹੋਊਗਾ। ਇਹ ਇੰਡੀਪੈਂਡੈਂਟ ਵੇਰੀਏਬਲ ਆ, ਮਤਲਬ ਕਿ ਇਹ ਆਪਣੀ ਮਰਜ਼ੀ ਆ, ਡਿਪੈਂਡ ਨਹੀਂ ਕਰਦਾ ਕਿਸੇ ਉੱਪਰ, ਆਪਣੀ ਮਰਜ਼ੀ ਆ, ਜਿਹੜੀ ਮਰਜ਼ੀ ਵੈਲਿਊ ਭਰ ਸਕਦੇ ਹਾਂ। ਪਰ ਇੱਥੇ ਗੱਲ ਹੁਣ ਦੇਖਣ ਵਾਲੀ ਇਹ ਆ ਕਿ ਜੇ ਆਪਾਂ x ਨੂੰ 1 ਭਰਤਾ, y ਬਾਰੇ ਆਪਾਂ ਕਹਿ ਤਾਂ ਰਹੇ ਹਾਂ, y ਬਾਰੇ ਆਪਾਂ ਕਹਿ ਰਹੇ ਹਾਂ ਕਿ ਜਿਹੜਾ y ਦਾ ਆਂਸਰ ਹੈਗਾ ਇਹ ਜੋ ਮਰਜ਼ੀ ਆ ਸਕਦਾ। ਵੇਰੀਏਬਲ ਆ, ਵੇਰੀਏਬਲ ਵੇਰੀ ਕਰੇਗਾ ਆਂਸਰ। ਪਰ ਇੱਕ ਗੱਲ ਦੇਖੋ, ਇਸ ਕੁਐਸਚਨ ਵਾਸਤੇ ਜੇ x ਨੂੰ 1 ਭਰਤਾ ਤਾਂ y ਦਾ ਆਂਸਰ ਜੋ ਮਰਜ਼ੀ ਆ ਸਕਦਾ ਕਿ ਪੱਕਾ 5 ਆਊਗਾ। ਇਸ ਕੁਐਸਚਨ ਵਾਸਤੇ x ਨੂੰ 1 ਭਰਿਆ, y ਦਾ ਆਂਸਰ ਪੱਕਾ 5 ਆਏਗਾ। x ਨੂੰ ਆਪਾਂ ਨੇ 2 ਭਰਿਆ ਤਾਂ y ਦਾ ਆਂਸਰ ਪੱਕਾ 4 ਆਊਗਾ। x ਨੂੰ ਆਪਾਂ 3 ਭਰਿਆ ਤਾਂ y ਦਾ ਆਂਸਰ ਪੱਕਾ 3 ਆਊਗਾ। ਮਤਲਬ ਜਿਹੜਾ y ਦਾ ਆਂਸਰ ਹੈਗਾ ਉਹ x ਦੇ ਉੱਪਰ ਡਿਪੈਂਡ ਕਰ ਰਿਹਾ। ਵੈਲਿਊ ਤਾਂ ਵੇਰੀਏਬਲ ਆਏਗੀ, ਵੈਲਿਊ ਤਾਂ ਵੇਰੀਏਬਲ ਹੋਏਗੀ, ਪਰ ਜੋ y ਦਾ ਆਂਸਰ ਆ ਉਹ x ਉੱਪਰ ਡਿਪੈਂਡ ਕਰ ਰਿਹਾ। ਜੇ ਆਪਾਂ 0 ਭਰਾਂਗੇ ਫਿਰ 6 ਆ ਜਾਏਗਾ। ਵੈਲਿਊ ਵੇਰੀ ਕਰ ਰਹੀ ਹੈ ਪਰ ਇਹ x ਉੱਪਰ ਡਿਪੈਂਡ ਕਰ ਰਹੀ ਹੈ। ਇਹ ਇੰਡੀਪੈਂਡੈਂਟ ਨਹੀਂ ਹੈ ਕਿ ਜੇ x 1 ਭਰਾਂਗੇ ਤਾਂ y ਜੋ ਮਰਜ਼ੀ ਆਂਸਰ ਨਹੀਂ। ਜੇ ਆਪਾਂ x 1 ਭਰਾਂਗੇ ਤਾਂ ਇਸ ਕੇਸ ਦੇ ਵਿੱਚ y ਪੱਕਾ 5 ਹੀ ਆਊਗਾ। ਤਾਂ y ਦਾ ਆਂਸਰ ਵੇਰੀ ਤਾਂ ਹੋ ਰਿਹਾ ਪਰ x ਉੱਪਰ ਡਿਪੈਂਡ ਕਰ ਰਿਹਾ, ਤਾਂ ਆਪਾਂ y ਨੂੰ ਕਹਾਂਗੇ ਡਿਪੈਂਡੈਂਟ ਵੇਰੀਏਬਲ।
y ਨੂੰ ਕਹਾਂਗੇ ਆਪਾਂ ਡਿਪੈਂਡੈਂਟ ਵੇਰੀਏਬਲ, ਕਿ ਇਹਦਾ ਆਂਸਰ ਜਿਹੜਾ ਹੈਗਾ ਉਹ ਡਿਪੈਂਡ ਕਰ ਰਿਹਾ x ਉੱਪਰ। ਤੇ ਇਹਨੂੰ ਪ੍ਰੋਪਰ ਇਦਾਂ ਲਿਖ ਸਕਦੇ ਹੈਗੇ ਆ ਕਿ y डिपेंड्स अपॉन x। डिपेंडेंट वेरिएबल क्यों आ? बिकॉज y x उपर डिपेंड करता। ਇਹਨੂੰ ਇੱਕ ਤਰੀਕੇ ਨਾਲ ਆਪਾਂ ਹੋਰ ਵੀ ਕਹਿ ਸਕਦੇ ਹਾਂ ਕਿ this implies y is function of x। y is function of x। जो y है वो x का फंक्शन होएगा। मतलब this implies y is equals to f, सिंपल फंक्शन वास्ते ऑफ ब्रैकेट नु ऑफ करने x। मतलब मोटा जा मीनिंग ये बन गया कि y is फंक्शन ऑफ x। मेरा मोटा मीनिंग ये बन गया कि फंक्शन की हुंदा डिपेंड करना। ये मोटा कंसेप्ट आ, बाकी प्रॉपर डेफिनेशन आप करांगे जी। तो y is function of x मतलब की है कि y depends upon x। मतलब लिखा है कि मैं आप f सिंबल यूज करांगे फंक्शन ब्रैकेट वास्ते ऑफ ब्रैकेट वास्ते आ गया अगे x पावांगे। हुण कईयां दे दिमाग 'च ये गल आ रही होगी कि आप 10th लैवल दे विच ये भी तो करते आ रहे सी कि y इत्थे y कड्ढण दी बजाए जे आप x कर लीए x इक्वल टू 6 माइनस y आ जाएगा इत्थों। हुण इहदे च वैल्यू भरी आपां ये x पहला हुण y भरिया जाऊगा, पहला y पा लो, चलो x y जिस तरह मर्जी पा लो। y 1 भरिया x 5 आएगा, y 2 भरिया 4 आएगा, y 3 भरिया 3 है। ਹੁਣ ਇਹ ਚ ਹੋ ਕੀ ਰਿਹਾ ਕਿ y ਦੀ ਵੈਲਿਊ ਜਿਹੜੀ ਮਰਜ਼ੀ ਭਰ ਸਕਦੇ ਆ। ਇਸ ਕੇਸ ਚ y ਕੀ ਬਣ ਗਿਆ ਆਪਣੇ ਕੋਲ ਇੰਡੀਪੈਂਡੈਂਟ ਵੇਰੀਏਬਲ। y ਇੰਡੀਪੈਂਡੈਂਟ ਵੇਰੀਏਬਲ ਹੋ ਗਿਆ। x ਦੀ ਵੈਲਿਊ ਜਿਹੜੀ ਹੈਗੀ ਆ ਉਹ y ਉੱਪਰ ਡਿਪੈਂਡ ਕਰਦੀ ਹੈ। y ਨੂੰ 1 ਭਰਾਂਗੇ x ਜੋ ਮਰਜ਼ੀ ਨਹੀਂ ਪੱਕਾ 5 ਹੀ ਆਊਗਾ, ਤਾਂ ਇਹ ਕਹਿ ਦਾਂਗੇ ਆਪਾਂ ਡਿਪੈਂਡੈਂਟ ਵੇਰੀਏਬਲ ਹੋ ਗਿਆ। ਤਾਂ ਕੀ ਹੋ ਗਿਆ x डिपेंड्स अपॉन y। तो इथों की कह सकते हैं x इज फंक्शन ऑफ y। हुण ये गल की बनी दोने केसिस दे विच ये गल इदां होगी कि अपने कोल ये अपने उपर डिपेंड करदा कि किसी क्वेश्चन दे विच जिवें दो वेरीएबल ने x ते y, जे किसी एक नूं आपां इंडिपेंडेंट वेरीएबल लवांगे तो दूजा डिपेंडेंट बन जाऊगा। ये कंपल्शन नहीं है कि हमेशा x इंडिपेंडेंट वेरीएबल होगा y पक्का डिपेंडेंट होगा। इदां भी हो सकता कि y इंडिपेंडेंट होवे x डिपेंडेंट होवे, ये अपनी मर्जी है। जिस तरह मर्जी आप क्वेश्चन में किसी वेरीएबल नूं आपां इंडिपेंडेंट मान सकते हैं, किसी वेरीएबल नूं आपां डिपेंडेंट ਉਹਦੇ ਕੋਰਸਪੋਂਡਿੰਗ डिपेंडेंट आ जाऊगा वेरीएबल। तो मोस्टली जिहड़ा हैगा ऐ कह लो कि 99% मोस्टली ਆਪਾਂ x ਨੂੰ ਇੰਡੀਪੈਂਡੈਂਟ ਮੰਨਦੇ ਹੁੰਦੇ ਆ ਤੇ y ਨੂੰ ਡਿਪੈਂਡੈਂਟ ਮੰਨਦੇ ਹੁੰਦੇ। ਮੋਸਟਲੀ ਇਹ ਰੂਲ ਆਪਾਂ ਅਪਣਾਇਆ ਹੋਇਆ ਹੈਗਾ। ਬਾਕੀ ਇਹ ਕੰਪਲਸ਼ਨ ਨਹੀਂ ਹੈ ਕਿ x ਪੱਕਾ ਇੰਡੀਪੈਂਡੈਂਟ ਹੋਊਗਾ, ਪਰ ਮੋਸਟਲੀ ਕਾਫੀ ਕੁਐਸਚਨਾਂ ਜ਼ਿਆਦਾ ਕੁਐਸਚਨਾਂ ਵਿੱਚ ਆਪਾਂ x ਨੂੰ ਮੰਨਦੇ ਹੁੰਦੇ ਇੰਡੀਪੈਂਡੈਂਟ ਵੇਰੀਏਬਲ ਤੇ y ਉਹਦੇ ਕੋਰਸਪੋਂਡਿੰਗਲੀ ਡਿਪੈਂਡੈਂਟ ਵੇਰੀਏਬਲ ਆ ਜਾਊਗਾ। ਇਹ ਮੋਟਾ ਕਨਸੈਪਟ ਸੀਗਾ। ਹੁਣ ਅੱਗੇ ਚੱਲਦੇ ਹਾਂ ਆਪਾਂ ਇਸ ਤੋਂ ਬਾਅਦ। जिवें हुण ये समझ आ गया होना कि y इक्वल्स टू 1/1 प्लस x।
ਜਾਂ y ਇਕੁਅਲ ਟੂ x ਸਕੁਅਰ ਪਲੱਸ x ਆ, ਜੋ ਮਰਜ਼ੀ ਲੈ ਲਓ। ਜੇ ਆਪਾਂ x ਚੇਂਜ ਕਰਾਂਗੇ y ਵੀ ਚੇਂਜ ਕਰੇਗਾ ਤੇ x ਦਾ ਆਂਸਰ ਜਿਹੜਾ ਹੈਗਾ y ਦਾ ਆਂਸਰ ਜੋ ਹੈ ਉਹ x ਉੱਪਰ ਡਿਪੈਂਡ ਕਰੇਗਾ। ਤੇ ਇਹ 'ਚ ਆਪਾਂ x ਇੰਡੀਪੈਂਡੈਂਟ ਵੇਰੀਏਬਲ ਆ, y ਡਿਪੈਂਡੈਂਟ ਆ, ਆਪਾਂ ਇਦਾਂ ਵੀ ਕਹਿ ਸਕਦੇ ਜਿਹੜਾ y ਹੈਗਾ ਉਹ ਫੰਕਸ਼ਨ ਆਫ x, ਜੋ y ਹੈ ਉਹਨੂੰ ਆਪਾਂ ਫੰਕਸ਼ਨ ਆਫ x ਕਹਿ ਸਕਦੇ ਹਾਂ। ਹੁਣ ਇਹ ਗੱਲ, ਇਹ ਸਿੰਬਲ ਜ਼ਿਆਦਾ ਇੰਪੋਰਟੈਂਟ ਆ। ਕਿਵੇਂ? ਜਿਵੇਂ ਪਿਛਲੀ ਐਗਜ਼ਾਮਪਲ ਲਈਏ ਆਪਾਂ, ਉਹ ਤੋਂ ਅੱਗੇ ਕੰਟੀਨਿਊ ਕਰਦੇ ਹਾਂ। ਜਿਵੇਂ ਆਪਾਂ ਲਿਆ ਸੀ ਕਿ x plus y equal to 6 ਆ ਗਿਆ, ਤਾਂ y ਜਿਹੜਾ ਹੈਗਾ ਆਪਣੇ ਕੋਲ ਉਹ 6 minus x ਹੋ ਗਿਆ। ਇਹ ਚੋਂ y 6 minus x ਆ ਗਿਆ ਆਪਣੇ ਕੋਲ, ਅਤੇ ਆਪਾਂ ਨੇ ਕਿਹਾ ਹੈਗਾ ਸੀਗਾ ਕਿ ਇਹਨੂੰ ਇਦਾਂ ਵੀ ਲਿਖ ਸਕਦੇ ਹਾਂ y ਫੰਕਸ਼ਨ ਆਫ x। ਤਾਂ ਇਸ ਕੁਐਸਚਨ ਨੂੰ ਆਪਾਂ ਇਦਾਂ ਵੀ ਲਿਖ ਸਕਦੇ ਹਾਂ ਕਿ f of x is equals to 6 minus x। f of x is equal to 6 minus x, ਇਹਨੂੰ ਇਦਾਂ ਵੀ ਲਿਖ ਸਕਦੇ। ਤਾਂ ਮਤਲਬ ਕਿ ਇਹ ਗੱਲ ਕਨਫਿਊਜ਼ ਨਹੀਂ ਹੋਣਾ ਕਿ ਇਹ ਸਟੇਟਮੈਂਟ ਅਤੇ ਇਹ ਸਟੇਟਮੈਂਟ, ਇਹ ਗੱਲ ਇੱਕੋ ਹੀ ਹੈ। ਮਤਲਬ y ਤੇ f of x ਜਾਂ fx ਇੱਕੋ ਚੀਜ਼ ਆ, ਕੋਈ ਫਰਕ ਨਹੀਂ ਪੈਂਦਾ। ਤੇ ਇਹਦੇ ਵਿੱਚ ਆਪਾਂ ਜਿਹੜੇ ਟੌਪਿਕ ਕਰਨੇ ਨੇ, ਇੱਕ ਤਾਂ ਕਰਨਾ ਡੋਮੇਨ, ਰੇਂਜ, 1 1 on to, ਇਹ ਗੱਲਾਂ ਕਰਨੀਆਂ ਨੇ। ਚਲੋ ਪਹਿਲਾਂ ਆਪਾਂ +1 ਦਾ ਟੌਪਿਕ ਸ਼ੁਰੂ ਕਰ ਰਹੇ ਹਾਂ। +1 ਦੇ ਵਿੱਚ ਡੋਮੇਨ ਅਤੇ ਰੇਂਜ ਦੋ ਗੱਲਾਂ ਸੀਗੀਆਂ, ਇਹ ਗੱਲਾਂ ਧਿਆਨ ਨਾਲ ਦੇਖ ਲਿਓ। ਡੋਮੇਨ ਕੀ ਹੁੰਦੀ ਹੈਗੀ ਹੈ? ਡੋਮੇਨ ਹੁੰਦੀ ਹੈਗੀ ਆ these are the values of x for which fx is defined। These are the values of x for which f of x is defined। y कह लो चाहे f of x, जो मर्जी कह लो। डिफाइंड ਦਾ ਮਤਲਬ ਕੀ ਹੈਗਾ? ਜਿਹਨੂੰ ਆਪਾਂ ਡਿਫਾਈਨ ਕਰ ਸਕਦੇ ਹਾਂ। ਇੱਕ ਤਾਂ ਨੀਚੇ 0 ਪਿਆ ਹੋਵੇ, ਡਿਫਾਈਨ ਨਹੀਂ ਕਰ ਸਕਦੇ ਆਪਾਂ, ਦੱਸ ਨਹੀਂ ਸਕਦੇ। ਕਿਉਂ? ਨੀਚੇ 0 ਪਿਆ ਹੋਵੇ, ਉੱਪਰ ਜੋ ਮਰਜ਼ੀ ਹੋਵੇ। ਉੱਪਰ ਜੇ ਨॉन 0 ਆ ਤਾਂ ਇਨਫਿਨਿਟੀ ਬਣ ਜਾਊਗਾ। ਇਹ ਆਪਾਂ ਡਿਫਾਈਨ ਨਹੀਂ ਕਰ ਸਕਦੇ ਕਿ ਇਨਫਿਨਿਟੀ ਵੈਲਿਊ ਕਿੰਨੀ ਹੁੰਦੀ ਹੈ, ਦੱਸ ਨਹੀਂ ਸਕਦੇ ਆਪਾਂ। ਇਹਦਾ ਪਤਾ ਕਿ ਇਹ ਨੰਬਰ ਬਹੁਤ ਵੱਡਾ ਹੁੰਦਾ, ਪਰ ਕਿੰਨੀ ਵੈਲਿਊ ਹੋਗੀ ਆਪਾਂ ਨਹੀਂ ਦੱਸ ਰਹੇ, ਨॉट ਡਿਫਾਈਨ ਆ। ਇੱਕ ਆਇਓਟਾ ਜਾਂ ਇੱਕ ਆ ਵੀ ਦੇਖ ਲਓ ਪਹਿਲਾਂ, ਇੱਕ 1/0, ਇੱਕ 0/0 ਆਪਾਂ ਡਿਫਾਈਨ ਨਹੀਂ ਕਰ ਸਕਦੇ। ਇਹ ਸ਼ਾਇਦ ਧਿਆਨ ਚ ਹੋਵੇ, ਇਹ ਨॉट ਡਿਫਾਈਨਡ ਆ, ਜਾਂ ਇਹ ਨॉट ਡਿਫਾਈਨਡ ਪਾ ਲਓ, ਇਹ ਨॉट ਡਿਫਾਈਨਡ ਆ। ਕਿਉਂ 0/0 ਦਾ ਆਂਸਰ ਆਪਾਂ ਦੱਸ ਨਹੀਂ ਸਕਦੇ ਪੱਕਾ ਕਿੰਨਾ ਆਊਗਾ। 1 ਵੀ ਆਂਸਰ ਆ, 2 ਵੀ ਆਂਸਰ ਆ, 3 ਵੀ ਆਂਸਰ ਆ, 4 ਵੀ। 1 ਤੇ ਕੈਂਸਲ ਕਰ ਸਕਦੇ ਆ, 2 ਤੇ, 3 ਤੇ, ਇਹ ਪਹਿਲਾਂ ਆਪਾਂ ਪੜਿਆ ਹੈ। ਮਤਲਬ ਕਿ ਨੀਚੇ 0 ਹੋਵੇ, ਉੱਪਰ ਚਾਹੇ ਨॉन 0 ਹੋਵੇ। ਜੇ ਉੱਪਰ ਨॉन 0 ਹੋਊਗਾ ਤਾਂ ਇਨਫਿਨਿਟੀ ਬਣ ਜਾਊਗਾ, ਇਹ ਵੀ ਨॉट ਡਿਫਾਈਨ ਆ। ਜੇ ਨੀਚੇ 0 ਹੋਵੇ, ਉੱਪਰ 0 ਆ ਜਾਵੇ ਤਾਂ ਵੀ ਨॉट ਡਿਫਾਈਨਡ ਆ। ਇਹਦਾ ਆਂਸਰ ਦੱਸ ਨਹੀਂ ਸਕਦੇ ਕੀ ਹੋਊਗਾ। ਤਾਂ ਗੱਲ ਕੀ ਬਣ ਗਈ ਕਿ ਨੀਚੇ 0 ਪਿਆ ਹੋਵੇ, ਉੱਪਰ ਜੋ ਮਰਜ਼ੀ ਹੋਵੇ, ਇੱਥੇ ਜੋ ਮਰਜ਼ੀ ਹੋਵੇ, ਨੀਚੇ 0 ਪਿਆ ਹੋਵੇ ਤਾਂ ਹਮੇਸ਼ਾ ਕੀ ਹੋਊਗਾ? ਨॉट ਡਿਫਾਈਨਡ ਹੋਊਗਾ। ਮਤਲਬ ਇਹ ਆਪਾਂ ਨਹੀਂ ਹੋਣ ਦੇਣਾ, ਡਿਫਾਈਨਡ ਕਰਨਾ। ਨੀਚੇ 0 ਨਹੀਂ ਹੋਣ ਦੇਣਾ, ਕਿਉਂ? ਨੀਚੇ 0 ਹੋ ਗਿਆ ਫਿਰ ਕੀ ਬਣ ਜਾਊਗਾ? ਇਹ ਨॉट ਡਿਫਾਈਨਡ ਹੋ ਜਾਏਗਾ। ਇੱਕ ਤਾਂ ਨੀਚੇ 0 ਨਹੀਂ ਹੋਣ ਦੇਣਾ ਆਪਾਂ ਨੇ, ਇੱਕ ਆਪਾਂ ਨੇ ਆਇਓਟਾ ਨਹੀਂ ਹੋਣ ਦੇਣਾ। ਆਇਓਟਾ ਨਹੀਂ ਹੋਣ ਦੇਣਾ, ਕ੍ਰਾਸ ਪਾਇਆ ਨਹੀਂ ਹੋਣ ਦੇਣਾ। ਆਇਓਟਾ ਡਿਫਾਈਨ ਕਿਉਂ ਨਹੀਂ ਹੈਗਾ? ਬਿਕੋਜ਼ ਆਇਓਟਾ ਜਿਹੜੇ ਹੁੰਦੇ ਨੇ ਇਹ ਆਪਾਂ ਸਪੋਜ਼ ਕੀਤਾ ਹੋਇਆ, ਇਹਨੂੰ ਕਹਿੰਦੇ ਆ ਆਪਾਂ ਇਮੈਜਿਨਰੀ ਨੰਬਰ। ਇਹ ਸੱਚੀ ਮੁੱਚੀ ਚ ਨਹੀਂ ਹੁੰਦੇ, ਇਹ ਰੀਅਲ ਚ ਨਹੀਂ ਹੁੰਦੇ। ਜੇ ਰੀਅਲ ਚ ਨਹੀਂ ਹੁੰਦੇ ਤਾਂ ਹੀ ਆਪਾਂ ਕਹਿੰਦੇ ਕਿ ਰੀਅਲ ਨੰਬਰ ਨਹੀਂ ਹੈਗਾ। ਇਹ ਰੀਅਲ ਚ ਮਤਲਬ ਰੀਅਲ ਲਾਈਫ ਦੇ ਵਿੱਚ ਸੱਚੀ ਮੁੱਚੀ ਆਪਾਂ ਨਹੀਂ ਲੈਂਦੇ। ਜਿਵੇਂ 1 2 3 4 ਇਹ ਸਾਰੇ ਰੀਅਲ ਨੰਬਰ ਨੇ। ਰੀਅਲ ਨੰਬਰ ਕਿਉਂ ਨੇ? ਆਪਾਂ ਰੀਅਲ ਲਾਈਫ ਚ ਯੂਜ਼ ਕਰਦੇ ਹਾਂ। 1 kg 2 kg 3 kg 1 ਰੁਪਏ 2 ਰੁਪਏ 3 ਰੁਪਏ 4 ਰੁਪਏ, ਇਹ ਯੂਜ਼ ਕਰਦੇ ਹਾਂ ਆਪਾਂ ਰੀਅਲ ਲਾਈਫ ਦੇ ਵਿੱਚ। ਪਰ ਜਿਹੜੇ ਇਹ ਨੰਬਰ ਨੇ ਜਸਟ ਇਮੇਜਿਨ ਕੀਤਾ ਹੋਇਆ, ਰੀਅਲ ਚ ਨਹੀਂ ਹੁੰਦਾ ਹੈਗਾ, ਤਾਂ ਇਹ ਵੀ ਨॉट ਡਿਫਾਈਨਡ ਆ। ਕੁਐਸਚਨ ਕਰਾਂਗੇ ਫਿਰ ਹੋਰ ਸਮਝ ਆ ਜਾਏਗਾ। These are the values of x for which fx is defined। ਜਿਹੜੀ values of x ਵਾਸਤੇ f of x define ਹੋਵੇ
ਉਹਨੂੰ ਕਹਾਂਗੇ ਉਹ ਡੋਮੇਨ ਆ। ਡਿਫਾਈਨਡ मतलब कि ना ਆਪਾਂ ਨੀਚੇ 0 ਹੋਣ ਦੇਣਾ, ਨਾ ਆਪਾਂ ਆਇਓਟਾ ਹੋਣ ਦੇਣਾ। ਇਹਨੂੰ ਸਮਝਣ ਵਾਸਤੇ ਕੁਝ ਕੁ ਐਗਜ਼ਾਮਪਲਾਂ ਕਰਵਾਉਣੀਆਂ ਨੇ ਤੇ ਹੋਰ ਸਮਝਾ ਦੇਗਾ ਕਿ ਇਹ ਕਿਵੇਂ ਲਿਖਿਆ ਕੀ ਹੈ ਆਪਾਂ ਨੇ। तो देखो ਇਹ बस मोटा 4 टाइप के क्वेश्चन ने, 4 टाइप के क्वेश्चन ਇਹਦੇ ਵਿੱਚ ਉਹ ਦੱਸਣੇ ਨੇ। ਇਹ ਥੋੜਾ ਮੋਟਾ ਜਿਹਾ ਆਪਾਂ ਆਈਡੀਆ ਲੈਣਾ ਇਹਦੇ ਵਿੱਚ ਹੁੰਦਾ ਕੀ ਹੈ। ਦੇਖੋ ਧਿਆਨ ਨਾਲ, ਪਹਿਲਾ ਕੁਐਸਚਨ ਕਰ ਰਹੇ ਹਾਂ ਆਪਾਂ y = x + 1। ਇਹ ਸਮਝ ਲਿਓ, 4 ਤਰ੍ਹਾਂ ਦੇ ਕੁਐਸਚਨ ਕਰਾਂਗੇ ਆਪਾਂ, 4 ਟਾਈਪ ਦੇ ਕੁਐਸਚਨ ਕਰਾਂਗੇ ਇਹਦੇ ਵਿੱਚ, ਫਿਰ ਤੁਹਾਨੂੰ ਕਨਸੈਪਟ ਇਹ ਪ੍ਰੋਪਰ ਕਲੀਅਰ ਹੋ ਜਾਊਗਾ ਕਿ ਡੋਮੇਨ ਹੁੰਦੀ ਕੀ ਹੈ। y = x + 1 ਆ, ਆਪਾਂ ਨੇ ਇਹਦੀ ਡੋਮੇਨ ਫਾਈਂਡ ਕਰਨੀ ਹੈ ਕਿ ਡੋਮੇਨ ਕਿੰਨੀ ਹੋਊਗੀ। ਚਲੋ ਕਰਦੇ ਹਾਂ ਆਪਾਂ ਡੋਮੇਨ। ਪਹਿਲਾਂ ਆਪਾਂ ਵੀ ਜਿਹੜਾ ਇਸ ਨੂੰ ਹੈਗਾ ਜਿਵੇਂ ਲੈਟ ਕਰ ਲਓ fx = ਜਾਂ y = fx, ਤਾਂ therefore ਕੀ ਬਣ ਗਿਆ ਇਹ f of x = x + 1। ਹੁਣ ਇਹ ਗੱਲ ਧਿਆਨ ਰੱਖਣੀ ਹੈ, f of x ਤੇ y ਇੱਕੋ ਚੀਜ਼ ਹੁੰਦੀ ਹੈ। These are the values of x for which f of x is defined ਜਾਂ y is defined। f of x ਤੇ y ਇੱਕੋ ਗੱਲ ਹੈ, ਇਹ ਗੱਲ ਧਿਆਨ ਰੱਖਣੀ ਹੈ। मतलब कि मैं उरे f of x ਮੰਨ ਕੇ ਚੱਲ ਰਿਹਾ ਹੈਗਾ, ਜੇ f of x ਨਹੀਂ ਮੰਨਾਂਗੇ ਸਿੱਧਾ ਵੀ ਆਪਾਂ ਲੈ ਸਕਦੇ ਹਾਂ, ਬਿਕੋਜ਼ y ਤੇ f of x ਇੱਕੋ ਗੱਲ ਹੁੰਦੀ ਹੈ। ਹੁਣ ਡੋਮੇਨ ਕੱਢਣੀ ਹੈ, ਇਹ ਬੋਲਣਾ ਕਿਵੇਂ ਹੁੰਦਾ ਪੂਰਾ, ਇਹ ਡੋਮੇਨ ਆਫ f of x ਜਾਂ ਡੋਮੇਨ ਆਫ ਫੰਕਸ਼ਨ ਕਹਿ ਲਾਂਗੇ ਆਪਾਂ, ਇਹ ਫੰਕਸ਼ਨ ਡੋਮੇਨ ਆਫ ਫੰਕਸ਼ਨ। ਸੋ ਦੇਖੋ ਧਿਆਨ ਨਾਲ, ਡੋਮੇਨ ਆਫ ਫੰਕਸ਼ਨ ਕੀ ਹੋਊਗੀ, ਇਹ ਆਪਾਂ ਡਿਫਾਈਨ ਕੀਤਾ ਕਿ these are the values of x, ਇਹ ਧਿਆਨ ਨਾਲ ਦੇਖ ਲਿਓ, ਉਹ x ਦੀਆਂ ਵੈਲਿਊ ਹੋਣਗੀਆਂ ਡੋਮੇਨ ਜਿਨ੍ਹਾਂ ਵਾਸਤੇ f of x ਡਿਫਾਈਨ। ਮਤਲਬ ਜਿਹੜੀ ਵੈਲਿਊ ਭਰ ਕੇ ਇਹਦੇ ਵਿੱਚ, ਜਿਹੜੀ ਵੈਲਿਊ ਭਰ ਕੇ x ਦੀ ਵੈਲਿਊ ਜਿਹੜੀ ਭਰ ਕੇ f of x ਡਿਫਾਈਨ ਹੋਵੇ, ਉਹ ਵੈਲਿਊਜ਼ ਨੂੰ ਕਹਾਂਗੇ ਆਪਾਂ, x ਦੀਆਂ ਵੈਲਿਊਜ਼ ਨੂੰ ਡੋਮੇਨ ਕਹਾਂਗੇ। ਹੁਣ ਡਿਫਾਈਨ ਕਿਵੇਂ ਕਹਿ ਰਹੇ ਹਾਂ ਆਪਾਂ, ਦੇਖੋ ਜੇ ਆਪਾਂ x ਨੂੰ 1 ਭਰੀਏ ਤਾਂ ਆਨਸਰ ਕਿੰਨਾ ਹੋਊਗਾ f of x ਦਾ। x ਨੂੰ ਜੇ ਆਪਾਂ 1 ਭਰਿਆ ਤਾਂ f of x ਦਾ ਆਨਸਰ ਕਿੰਨਾ ਹੋਊਗਾ, 2 ਆ ਜਾਏਗਾ। ਇਹ 2 ਆ ਗਿਆ। ਕੀ ਇਹ ਡਿਫਾਈਨ ਆ? ਹਾਂਜੀ, ਇਹ ਡਿਫਾਈਨ। ਇਹ ਸਮਝਿਓ ਧਿਆਨ ਨਾਲ, ਡਿਫਾਈਨ ਕਿਵੇਂ ਕਹਿ ਰਹੇ ਹਾਂ ਆਪਾਂ, ਨਾ ਨੀਚੇ 0 ਹੋਵੇ ਤੇ ਨਾ ਆਇਓਟਾ ਬਣੇ, ਨਾ ਨੀਚੇ 0 ਹੈ ਇਹਦੇ, ਨਾ ਇਹ ਆਇਓਟਾ ਹੈਗਾ, ਆਇਓਟਾ। ਇਸ ਕਰਕੇ ਜੇ ਆਹ ਦੋ ਗੱਲਾਂ ਨਹੀਂ ਹੈਗੀਆਂ ਫਿਰ ਆਪਾਂ ਕਹਾਂਗੇ ਡਿਫਾਈਨ। ਨਾ ਇਹ ਨੀਚੇ 0 ਆ, ਨਾ ਇਹ ਚ ਆਇਓਟਾ ਆ ਰਿਹਾ, ਇਹ ਡਿਫਾਈਨ ਆ। ਮਤਲਬ ਕਿ ਕਿਹੜੀ ਵੈਲਿਊ ਭਰ ਕੇ ਡਿਫਾਈਨ ਹੋਇਆ, x ਨੂੰ 1 ਭਰਿਆ, ਡਿਫਾਈਨ ਹੋ ਗਿਆ fx, ਇਹ ਡਿਫਾਈਨਡ ਹੋ ਗਿਆ। ਤਾਂ ਜਿਹੜੀ ਵੈਲਿਊ ਵਾਸਤੇ f of x ਡਿਫਾਈਨ ਹੋਵੇ ਉਹਨੂੰ ਡੋਮੇਨ ਕਹਾਂਗੇ, ਤਾਂ 1 ਡੋਮੇਨ ਚ ਆ ਗਿਆ। ਆਪਾਂ ਨੇ ਸਾਰੀਆਂ ਵੈਲਿਊਜ਼ ਫਾਈਂਡ ਕਰਨੀਆਂ ਨੇ ਜਿਨ੍ਹਾਂ ਵਾਸਤੇ f of x ਡਿਫਾਈਨ ਆ, ਉਹ ਸਾਰੀਆਂ ਵੈਲਿਊਜ਼ ਨੂੰ ਆਪਾਂ ਡੋਮੇਨ ਕਹਾਂਗੇ। ਤਾਂ ਦੇਖੋ ਧਿਆਨ ਨਾਲ, ਫਿਰ ਇਹ ਦੇਖਣਾ ਕਿਵੇਂ ਹੈਗਾ, ਤੁਸੀਂ ਇਹ ਚੈੱਕ ਕਰੋ ਕਿ ਕਿਸੇ ਵੈਲਿਊ ਵਾਸਤੇ, ਮਤਲਬ ਕਿ ਉਰੇ ਆਹ ਕੁਐਸਚਨ ਸੀ, ਨੀਚੇ 1 ਪਾ ਲਿਆ, x ਦੀ ਵੈਲਿਊ ਆਪਾਂ ਜੋ ਮਰਜੀ ਵੈਲਿਊ ਭਰ ਦਈਏ, ਕੀ ਨੀਚੇ ਕਦੇ 0 ਹੋ ਸਕਦਾ? ਨਹੀਂ, ਨੀਚੇ 0 ਕਿਉਂ ਨਹੀਂ ਹੋ ਸਕਦਾ? ਬਿਕੋਜ਼ x ਤੋਂ ਉੱਪਰ 1 ਭਰਾਂਗੇ 2 ਆ ਜਾਏਗਾ, 3 ਭਰਾਂਗੇ 4 ਆ ਜਾਏਗਾ, ਨੀਚੇ 0 ਕਦੇ ਬਣਨਾ ਹੀ ਨਹੀਂ ਹੈਗਾ। ਜਿਵੇਂ ਆਹ ਕੁਐਸਚਨ ਦੇਖੋ, f of x = 1/x + 1 ਕਰਾਂਗੇ ਨੈਕਸਟ ਕੁਐਸਚਨ। ਇਹ ਨੀਚੇ 0 ਬਣ ਸਕਦਾ ਕਦੋਂ? ਜਦੋਂ x ਨੂੰ ਆਪਾਂ -1 ਪੁੱਟ ਕਰਾਂਗੇ। ਜਦੋਂ ਆਪਾਂ x ਨੂੰ -1 ਪੁੱਟ ਕੀਤਾ ਫਿਰ ਇਹ ਨੀਚੇ 0 ਬਣ ਸਕਦਾ। ਮਤਲਬ ਗੱਲ ਇਹ ਆ, ਜਦੋਂ x ਨੀਚੇ ਹੋਊਗਾ ਤਾਂ ਹੀ 0 ਬਣੇਗਾ। ਇਹ x ਹੈ ਹੀ ਨੀਚੇ, ਵੈਲਿਊ ਤਾਂ ਆਪਾਂ x ਦੀ ਭਰ ਰਹੇ ਹਾਂ,
नीचे का हमेशा 1 रहेगा, मतलब x आप जो मर्जी भर लीए नीचे कदे 0 नहीं बनेगा। आ चीज नहीं कदे नहीं होगी कि x आप जो मर्जी भर लीए कि ये कदे आयोटा बन सकता, ये चीज। हुण आयोटा कदों बनेगा, जदों आयोटा ध्यान च होवे, इहनूं कहने आपां जो रूट च नैगेटिव होवे। हुण जे यह वैल्यू आ f(x) इक्वल टू रूट x आ, ये तुसी x नूं -1 भरोगे फिर आयोटा बन जाएगा, मतलब फिर डिफाइन नहीं होना। मतलब आयोटा तां बनेगा जे रूट आ रहा होवे, तां आयोटा दी गल आऊगी। नीचे 0 की गल कदों आऊगी, जदों x नीचे 0 x होवे नीचे, तां नीचे 0 बनेगा। आयोटा की गल कदों आएगी जो रूट होगा। मतलब गल ये बन गई कि x जो मर्जी भर लो, ये वैल्यू किहड़ी भरनी आप 1 2 3 4 भरनी, रियल नंबर भरने ने सारे, इमेजिनरी नहीं भरना। रियल नंबर जिहड़ा मर्जी भर लो, नीचे कदे 0 नहीं बनेगा अते ना ये आयोटा बनेगा। मतलब जिहड़ी मर्जी वैल्यू भर लवो, यह चीज हमेशा की होगी, डिफाइन होगी। तो डोमेन सिंबल आप यूज करांगे डोमेन वास्ते, डोमेन ऑफ एफ फंक्शन ए की होगी अपने को रियल नंबर। रियल नंबर का मतलब की हो गया कि जेड़ी मर्जी वैल्यू भर लो, एफ ऑफ एक्स की होगा हमेशा डिफाइन होगा। जेड़ी मर्जी वैल्यू भर ली आप, एफ ऑफ एक्स डिफाइन होगा। डिफाइन क्यों कह रहे हैं, बिकॉज ये कदे नीचे 0 नहीं बनेगा अते कदे भी यह आयोटा नहीं बनेगा। इस करके ये एफ ऑफ एक्स जो हैगा वो हमेशा डिफाइन है सारे वास्ते, ते सारी वैल्यूज की हो गई रियल हो गई। रियल की गल ध्यान रखना, रियल नंबर किहड़े हुंदे ने, जिहड़े -इनफिनिटी तो लैके इंफिनिटी तक हुंदे ने। जिवें आपां रियल लाइन ड्रॉ करते हैं ना, इत्थे 0 हुंदा, इधर अखीर च -इनफिनिटी हुंदा, इधर +इनफिनिटी हुंदा। जिहड़ा मर्जी आंसर भर लो, जिहड़ी मर्जी एक्स की वैल्यू भर लो, इहदे विचों ये कदे ना आयोटा बनना ना नीचे कदे 0 बनना। तो डोमेन की होगी, इहदी रियल नंबर कहांगे डोमेन। ये 4 टाइप के क्वेश्चन करने ने, फिर तुहानूं कंसैप्ट होर क्लीयर हो जाएगा जी। अगे चलते हैं आप इस तो बाद। ये फर्स्ट टाइप का क्वेश्चन सीगा। अगे सैकेंड टाइप का क्वेश्चन कर रहे हैं आप, y इक्वल्स टू 1/x+1। हुण मैं f(x) नहीं मान रहा, सीधा y ना कर रहे हैं, मर्जी f(x) लैके भी सॉल्व कर सकते हैं या इको चीज जिस तरह मर्जी कर सकते हैं। तो डोमेन डोमेन की आओगी, देखो y इज डिफाइंड। हुण y डिफाइंड कदों होगा, y इज डिफाइंड, y तां निकलूगा तां डिफाइन होगा जे x+1 0 नहीं होगा। ये गल देखो, उरे तां हमेशा डिफाइन सी, पर इत्थे देखिया आपने कि y या f(x) जो मर्जी ले लवो, y इज डिफाइंड इफ, ये तां डिफाइन होगा जे नीचे 0 ना होवे। ये हुणी कीता आपने, जे नीचे 0 हो गया तो डिफाइन नहीं होना, ना नीचे 0 होने देना आपां, ना आपां आयोटा होने देना। आयोटा नहीं होगा बिकॉज इह रूट नहीं हैगा। तो की गल बन गई अपने कोल कि ए च नीचे 0 नहीं होनी चाहिए। तो की आ गया, दैट इज इफ x नॉट इक्वल टू -1। मतलब x हैगा अपने कोल वो -1 दे इक्वल नहीं होना चाहिए। इसका मतलब की बन गया, जे x -1 दे इक्वल नहीं होगा तो y पक्का की होगा, डिफाइन। दोबारा देख लो, एक ही कढ़िया आपने, इफ जे x -1 दे इक्वल नहीं होगा तो y पक्का डिफाइन होगा। मतलब जेड़ियां x की वैल्यू वास्ते y डिफाइन हो डोमेन होगी। तो डोमेन की आ गई इस केस च, डोमेन ये आ गई जी अपने को। x नूं आपां -1 नहीं मनना बस कल्ला, क्योंकि जे -1 हो गया फिर डिफाइन नहीं होना। डिफाइन कदों होगा कि -1 नूं छड्ड के, नॉट इक्वल टू -1 नूं छड्ड के बाकी जिहड़ी मर्जी वैल्यू ले सकते हैं आपां। मतलब जे -1 आपां लवांगे फिर नीचे 0 बन जाएगा, फिर डिफाइन नहीं होना। तो -1 नूं छड्ड के 1 भर लो, 1 भरो कितना बनूगा 1/2 डिफाइन आ। 3 भरिया 1/4,
5 ਭਰਿਆ 1/6। ਬਾਕੀ ਜਿਹੜੀ ਮਰਜ਼ੀ ਵੈਲਿਊ ਲੈ ਲਵੋ ਸਾਰਿਆਂ ਵਾਸਤੇ ਡਿਫਾਈਨ ਹੋਊਗਾ। ਇਹੀ ਆਪਾਂ ਕੱਢਿਆ ਕਿ x -1 ਹੀ ਲੈਣਾ। ਜੇ -1 ਆਪਾਂ ਨਹੀਂ ਲਵਾਂਗੇ ਫਿਰ ਫੰਕਸ਼ਨ ਪੱਕਾ ਡਿਫਾਈਨ ਹੋਊਗਾ। ਤੇ ਜਿਹੜੀਆਂ x ਦੀਆਂ ਵੈਲਿਊ ਵਾਸਤੇ ਫੰਕਸ਼ਨ ਡਿਫਾਈਨ ਹੋਵੇ ਉਹਨੂੰ ਆਪਾਂ ਡੋਮੇਨ ਕਹਿੰਦੇ। ਤਾਂ ਡੋਮੇਨ ਕੀ ਆ ਗਈ? ਸਾਰੇ ਰੀਅਲ ਨੰਬਰ ਲੈ ਸਕਦੇ ਆਪਾਂ ਐਕਸੈਪਟ ਉਹਦੇ ਵਿੱਚ -1 ਆਪਾਂ ਨਹੀਂ ਲੈਣਾ। ਇਹ ਪਹਿਲਾਂ ਪੜਿਆ ਹੋਇਆ ਸਿੰਬਲ। ਇਹ ਮਾਈਨਸ ਦਾ ਮਤਲਬ ਕੀ ਹੁੰਦਾ ਕਿ ਰੀਅਲ ਨੰਬਰ ਦੇ ਵਿੱਚੋਂ -1 ਛੱਡ ਦਿਓ। ਇਹ ਪਹਿਲਾਂ ਵੀ ਕੁਐਸਚਨ ਗਰੁੱਪ ਦੇ ਵਿੱਚ ਆਏ ਸੀਗੇ ਜਿਹ 'ਚ ਆਪਾਂ ਇਦਾਂ ਪਾਇਆ ਸੀ ਰੀਅਲ ਨੰਬਰ -0। ਇਹਦਾ ਮਤਲਬ ਕੀ ਬਣ ਗਿਆ? ਇਹ ਰੀਅਲ ਨੰਬਰ ਦੇ ਵਿੱਚ 0 ਨਹੀਂ ਲੈਣਾ। ਮਤਲਬ ਇਹ ਨੰਬਰ ਕੀ ਬਣ ਗਏ ਸਾਰੇ ਆਪਣੇ ਕੋਲ? ਨॉन ਜ਼ੀਰੋ ਰੀਅਲ ਨੰਬਰ। ਮਾਈਨਸ ਦਾ ਮਤਲਬ ਹੁੰਦਾ ਛੱਡਣਾ। ਇਹਦੇ ਵਿੱਚ ਛੱਡ ਦਿਓ, ਛੱਡਣਾ ਕਹਿੰਦੇ ਆਪਾਂ। ਤਾਂ ਰੀਅਲ ਨੰਬਰ ਦੇ ਵਿੱਚੋਂ ਆਪਾਂ -1 ਛੱਡਤਾ। ਇਹ ਛੱਡਿਆ ਕਿਉਂ? ਕਿਉਂਕਿ ਡੋਮੇਨ ਉਹੀ ਹੁੰਦੀ ਆ ਜਿਨ੍ਹਾਂ ਵਾਸਤੇ ਫੰਕਸ਼ਨ ਡਿਫਾਈਨ ਹੋਵੇ। ਤਾਂ -1 ਨੂੰ ਛੱਡ ਕੇ ਬਾਕੀ ਸਾਰਿਆਂ ਵਾਸਤੇ ਫੰਕਸ਼ਨ ਕੀ ਆ? ਡਿਫਾਈਨ। ਤਾਂ ਰੀਅਲ ਦੇ ਵਿੱਚੋਂ -1 ਛੱਡਤਾ, ਇਹ ਡੋਮੇਨ ਹੋ ਗਈ। ਹੁਣ ਇੱਥੇ ਗੱਲ ਸਮਝਣ ਵਾਲੀ ਆ ਕਿ ਇਹਨੂੰ ਆਪਾਂ ਹੁਣ d of f ਨਹੀਂ ਪਾ ਸਕਦੇ। ਇੱਥੇ ਕਿਉਂ ਨਹੀਂ ਪਾ ਸਕਦੇ? f ਤਾਂ ਮੰਨੇ ਨਹੀਂ ਆਪਾਂ ਨੇ। ਜੇ ਆਪਾਂ ਇਹਨੂੰ f of x ਲਵਾਂਗੇ ਫਿਰ d of f ਪਾਣਾ, ਡੋਮੇਨ ਆਫ ਫੰਕਸ਼ਨ। ਅਦਰਵਾਈਜ਼ ਕੋਲ ਡੋਮੇਨ ਪਾ ਲਓ, ਇਹ ਆਪਣੀ ਮਰਜ਼ੀ ਹੈ ਜੀ। ਇਹ ਸੀਗਾ ਸੈਕਿੰਡ ਟਾਈਪ ਦਾ ਕੁਐਸਚਨ। ਪਹਿਲਾ ਸੀਗਾ ਕਿ ਕੁਝ ਨਹੀਂ ਬਣਿਆ, ਸਾਰਿਆਂ ਵਾਸਤੇ ਡਿਫਾਈਨ ਆ। ਫਿਰ ਨੀਚੇ 0 ਬਣਾ ਲਿਆ ਆਪਾਂ ਕਿ 0 ਵਾਲਾ ਕੇਸ ਸਮਝ ਆ ਜਾਏ ਕਿ 0 ਵਾਲਾ ਕੇਸ ਆਪਾਂ ਕਿਵੇਂ ਨਹੀਂ ਲੈਣਾ। ਹੁਣ ਆਇਓਟਾ ਵਾਲਾ ਕੇਸ ਲੈਣਾ ਆਪਾਂ ਨੇ, ਉਹ ਦੇਖੋ। ਇਹ ਟਾਈਪ ਸੈਕਿੰਡ ਦਾ ਕੁਐਸਚਨ ਸੀਗਾ ਜੀ। ਹੁਣ ਥਰਡ ਟਾਈਪ ਦਾ ਕੁਐਸਚਨ ਇਹਦੇ ਵਿੱਚ, ਉਹ ਥਰਡ ਟਾਈਪ ਦਾ ਕੁਐਸਚਨ ਹੈ ਜੀ y equals to अंडर रूट ऑफ x plus 1। ਇਹ ਲੈਣੇ ਜੋ ਲੈਟ ਕਰ ਲੈਣੇ ਆਪਾਂ y equals to f of x। therefore f of x ਕੀ ਆ ਗਿਆ ਆਪਣੇ ਕੋਲ? रूट ऑफ x plus 1। ਹੁਣ ਡੋਮੇਨ ਕੱਢਣੀ ਆ ਆਪਾਂ ਨੇ ਜੀ। ਡੋਮੇਨ ਕੀ ਹੋਊਗਾ ਜੀ? fx is defined। ਧਿਆਨ ਰੱਖਿਓ ਮੈਂ ਸਿੰਬਲ ਅਲੱਗ-ਅਲੱਗ ਯੂਜ਼ ਕਰ ਰਿਹਾ ਹੈਗਾ, ਕਿਤੇ ਮੈਂ y ਯੂਜ਼ ਕਰ ਰਿਹਾ, ਕਿਤੇ ਮੈਂ fx ਯੂਜ਼ ਕਰ ਰਿਹਾ। ਇਹ ਤਾਂ ਯੂਜ਼ ਕਰ ਰਿਹਾ ਕਿ ਤੁਹਾਨੂੰ ਪ੍ਰੈਕਟਿਸ ਹੋ ਜਾਏ ਕਿ ਗੱਲ ਇੱਕੋ ਹੀ ਹੈ। fx is defined, ਇਹ ਡਿਫਾਈਨਡ ਕਦੋਂ ਹੋਊਗਾ? if। ਬਸ ਦੋ ਗੱਲਾਂ ਧਿਆਨ ਰੱਖਣੀਆਂ, ਨਾ ਤਾਂ ਆਪਾਂ ਨੀਚੇ 0 ਹੋਣ ਦੇਣਾ, ਨਾ ਆਪਾਂ ਆਇਓਟਾ ਹੋਣ ਦੇਣਾ। ਕੀ ਇਹ ਨੀਚੇ 0 ਹੋਊਗਾ ਜੀ? ਨਹੀਂ ਹੋਣਾ। ਨੀਚੇ ਦਾ 1 0 ਬਣਨਾ ਨਹੀਂ ਕਦੇ ਵੀ। ਕੀ ਇਹ ਆਇਓਟਾ ਹੋ ਸਕਦਾ? ਹਾਂਜੀ ਆਇਓਟਾ ਹੋ ਸਕਦਾ, ਬਿਕੋਜ਼ ਰੂਟ ਆ ਗਿਆ। ਹੁਣ ਆਇਓਟਾ ਕਦੋਂ ਹੁੰਦਾ ਜਦੋਂ ਆਹ ਸਾਰੀ ਟਰਮ ਕੀ ਹੋਵੇ ਆਪਣੇ ਕੋਲ? ਨੈਗੇਟਿਵ। ਰੂਟ ਦੇ ਵਿੱਚ ਜੇ ਟਰਮ ਨੈਗੇਟਿਵ ਹੋ ਗਈ ਉਹ ਆਇਓਟਾ ਬਣੇਗਾ ਜੀ। ਇਹ ਬਣ ਗਿਆ √2 ਆਇਓਟਾ, ਇਹ √3 ਆਇਓਟਾ। ਰੂਟ ਚ ਨੈਗੇਟਿਵ ਹੋ ਗਿਆ ਤਾਂ ਆਇਓਟਾ ਬਣ ਜਾਏਗਾ। ਆਇਓਟਾ ਆਪਾਂ ਨਹੀਂ ਹੋਣ ਦੇਣਾ। ਜੇ ਆਇਓਟਾ ਆਪਾਂ ਨਹੀਂ ਹੋਣ ਦੇਣਾ ਹੈਗਾ ਤਾਂ ਡਿਫਾਈਨ ਕਦੋਂ ਹੋਊਗਾ? ਜਦੋਂ x plus 1 ਪੋਜ਼ਿਟਿਵ ਹੋਵੇ। ਪਹਿਲੀ ਗੱਲ ਪੋਜ਼ਿਟਿਵ ਕਿਉਂ ਲੈ ਰਹੇ ਹਾਂ? ਬਿਕੋਜ਼ ਜੇ ਰੂਟ ਦੇ ਵਿੱਚ ਪੋਜ਼ਿਟਿਵ ਹੋਊਗਾ ਤਾਂ ਆਇਓਟਾ ਨਹੀਂ ਬਣੇਗਾ। ਨੈਗੇਟਿਵ ਵਾਸਤੇ ਆਇਓਟਾ ਬਣਦਾ ਹੁੰਦਾ, ਇਸ ਕਰਕੇ ਪੋਜ਼ਿਟਿਵ ਲਿਆ ਆਪਾਂ ਤਾਂ ਜੋ ਆਪਣਾ ਡਿਫਾਈਨ ਹੋ ਜਾਏ, ਆਇਓਟਾ ਨਾ ਬਣੇ। ਹੋਰ ਜੀ ਇਹ 0 ਵੀ ਤਾਂ ਹੋ ਸਕਦਾ। ਜੇ x plus 1 0 ਹੋ ਗਿਆ ਤਾਂ ਇਹ 0 ਬਣ ਜਾਏਗਾ, ਇਹ ਵੀ ਆਇਓਟਾ ਨਹੀਂ ਹੋਊਗਾ। ਪਹਿਲਾਂ ਪੜਿਆ ਹੈ ਆਪਾਂ ਨੇ ਨੈਗੇਟਿਵ 0 ਪੋਜ਼ਿਟਿਵ। ਨੈਗੇਟਿਵ ਆਪਾਂ ਨਹੀਂ ਹੋਣ ਦੇਣਾ ਤਾਂ ਨੰਬਰ ਕੀ ਲਵਾਂਗੇ? ਜਾਂ 0 ਆ ਸਕਦਾ ਜਾਂ ਕੀ ਆ ਸਕਦਾ? ਪੋਜ਼ਿਟਿਵ ਆ ਸਕਦਾ। ਤਾਂ ਹੁਣ ਇਹ ਗੱਲ ਬਣ ਗਈ ਆਪਣੇ ਕੋਲ ਕਿ x plus 1 greater than equal to 0 ਚਾਹੀਦਾ। ਕਿਉਂ ਗ੍ਰੇਟਰ ਕਿਉਂ ਚਾਹੀਦਾ ਹੈਗਾ? ਕਿਉਂਕਿ ਰੂਟ ਦੇ ਵਿੱਚ ਪੋਜ਼ਿਟਿਵ ਹੋਊਗਾ, ਆਇਓਟਾ ਨਹੀਂ ਬਣੇਗਾ। 0 ਕਿਉਂ ਲਿਆ? ਬਿਕੋਜ਼ 0 ਦਾ ਰੂਟ 0 ਹੁੰਦਾ, ਇਹਦੇ ਵਿੱਚ ਵੀ ਆਇਓਟਾ ਨਹੀਂ ਹੋਊਗਾ। ਨੈਗੇਟਿਵ ਕਿਉਂ ਨਹੀਂ ਲਿਆ ਆਪਾਂ ਨੇ? ਨੈਗੇਟਿਵ ਲਵਾਂਗੇ ਫਿਰ ਇਹ ਆਇਓਟਾ ਬਣ ਜਾਏਗਾ। ਆਇਓਟਾ ਆਪਾਂ ਨਹੀਂ ਹੋਣ ਦੇਣਾ, ਤਾਂ ਇਹਦੇ ਵਾਸਤੇ ਫੰਕਸ਼ਨ ਪੱਕਾ ਡਿਫਾਈਨ ਹੋਊਗਾ। ਤਾਂ that is if
x greater than equal to -1 ਆ ਗਿਆ, ਬਾਕੀ ਨੂੰ ਸੋਲਵ ਕਰ ਲਵਾਂਗੇ। x ਜੇ greater than equal to -1 ਹੋਊਗਾ ਤਾਂ ਫੰਕਸ਼ਨ ਡਿਫਾਈਨ ਹੋਊਗਾ, ਤੇ ਜਿਹੜੀਆਂ ਵੈਲਿਊਜ਼ ਵਾਸਤੇ ਫੰਕਸ਼ਨ ਡਿਫਾਈਨ ਹੋਵੇ ਉਹਨੂੰ ਕਹਿੰਦੇ ਆਪਾਂ ਡੋਮੇਨ। ਤਾਂ ਡੋਮੇਨ ਕੀ ਆਊਗੀ, ਇਹ ਤੁਹਾਨੂੰ ਧਿਆਨ ਦੇ ਵਿੱਚ ਹੋਵੇ। x greater than equal to -1, ਨੰਬਰ ਲਾਈਨ ਇੱਧਰ -infinity ਪਾ ਲਿਆ, ਇੱਧਰ ਇਨਫਿਨਿਟੀ ਪਾ ਲਿਆ। -1 ਇੱਥੇ ਕਿਤੇ ਆਊਗਾ, ਸੈਂਟਰ 'ਚ ਕਿਤੇ ਵੀ ਆਊਗਾ। -1 ਤੋਂ ਵੱਡੇ ਨੰਬਰ ਕਿੱਧਰ ਹੋਣਗੇ, ਇੱਧਰਲੇ ਪਾਸੇ ਨੰਬਰ ਵੱਡੇ ਹੋਣਗੇ। ਤਾਂ ਇਹਨੂੰ ਇੰਟਰਵਲ ਦੀ ਫਾਰਮ 'ਚ ਕਿੱਦਾਂ ਪਾਉਣਾ ਹੁੰਦਾ ਆਪਾਂ ਨੇ, -1 to infinity, ਇਹ ਪਤਾ ਹੀ ਹੋਊਗਾ। ਇਨਫਿਨਿਟੀ ਦੇ ਹਮੇਸ਼ਾ ਪਾਣੀ ਹੁੰਦੀ ਆਪਾਂ ਓਪਨ ਬ੍ਰੈਕਟ, ਤੇ -1 ਤੇ ਪਾਣਾ ਹੈਗਾ ਆਪਾਂ ਨੇ ਇੱਥੇ ਇਕੁਅਲ ਟੂ ਪਿਆ ਹੈ ਤਾਂ ਕਲੋਜ਼ ਬ੍ਰੈਕਟ ਪਾਵਾਂਗੇ। ਇਹ ਤੁਹਾਨੂੰ ਪਤਾ ਹੋਵੇ ਕਿ ਕਲੋਜ਼ ਬ੍ਰੈਕਟ ਜਿਹੜੇ ਇਕੁਅਲ ਟੂ ਨਾ ਹੁੰਦਾ ਤਾਂ ਇੱਥੇ ਓਪਨ ਬ੍ਰੈਕਟ ਆਉਣੀ ਸੀ, ਜੇ ਇਕੁਅਲ ਟੂ ਹੈ ਤਾਂ ਇੱਥੇ ਕਲੋਜ਼ ਬ੍ਰੈਕਟ ਆਏਗੀ। ਇਹਨੂੰ ਕਲੋਜ਼ਡ ਕਹਿੰਦੇ ਓਪਨ ਸੀਗੀ, ਇਨਫਿਨਿਟੀ ਦੇ ਹਮੇਸ਼ਾ ਓਪਨ ਬ੍ਰੈਕਟ ਰਹੇਗੀ। ਹੁਣ ਆਪਾਂ ਟਾਈਪ ਚੌਥੇ ਦਾ ਕੁਐਸਚਨ ਕਰਨਾ ਹੈਗਾ। y equals to 1 upon under root x plus 1। ਉਵੇਂ ਲੈਟ ਕਰ ਲੈ, ਲੈਟ y equals to f of x। ਇਸ ਤੋਂ ਬਾਅਦ y equal to f of x ਲਿਆ ਤਾਂ therefore f of x ਇਹ ਆ ਗਿਆ 1 upon under root of x plus 1। ਉਵੇਂ fx is defined if x plus 1 greater than or equal to 0। ਹੁਣ greater than or equal to 0 ਕਿਉਂ ਕਰਿਆ ਆਪਾਂ ਨੇ, greater than or equal to 0 ਤਾਂ ਕੀਤਾ ਹੈਗਾ ਕਿ ਆਪਾਂ ਨੀਚੇ ਆਇਓਟਾ ਨਹੀਂ ਬਣ ਦੇਣਾ ਹੈਗਾ। ਰੂਟ ਆ ਗਿਆ, ਜੇ ਇਹ ਟਰਮ ਨੈਗੇਟਿਵ ਹੋਏਗੀ ਤਾਂ ਆਇਓਟਾ ਬਣ ਜਾਏਗਾ ਨੀਚੇ, ਤੇ ਆਇਓਟਾ ਆਪਾਂ ਨਹੀਂ ਹੋਣ ਦੇਣਾ। ਪਰ ਇੱਕ ਗੱਲ ਹੋਰ ਹੈ ਇਹਦੇ ਵਿੱਚ, ਉਹ ਗੱਲ ਕੀ ਹੈ ਕਿ ਜਿਹੜਾ x plus 1 ਦਾ ਨੀਚੇ 0 ਨਹੀਂ ਹੋਣਾ ਚਾਹੀਦਾ। ਕਿਉਂ ਨੀਚੇ 0 ਹੋ ਗਿਆ, ਨੀਚੇ 0 ਨਹੀਂ ਹੋਣਾ ਚਾਹੀਦਾ ਬਿਕੋਜ਼ ਜੇ ਨੀਚੇ 0 ਹੋ ਗਿਆ ਤਾਂ ਫੰਕਸ਼ਨ ਡਿਫਾਈਨ ਨਹੀਂ ਹੋਣਾ, ਫਿਰ ਉਹੀ ਪ੍ਰੋਬਲਮ ਆ ਜਾਏਗੀ। ਮਤਲਬ ਇਸ ਕੇਸ ਨਾ ਆਇਓਟਾ ਹੋਣ ਦੇਣਾ, ਨਾ ਆਪਾਂ ਨੀਚੇ 0 ਹੋਣ ਦੇਣਾ ਹੈਗਾ। ਤਾਂ therefore that is if x is greater than -1 ਤਾਂ ਡੋਮੇਨ ਕੀ ਆ ਗਈ, ਡੋਮੇਨ ਆਫ f ਇਹ ਆ ਗਿਆ -1 to infinity। -1 ਆਪਾਂ ਨਹੀਂ ਲੈਣਾ ਤਾਂ ਓਪਨ ਬ੍ਰੈਕਟ ਪਾਉਣੀ ਹੈ ਇੱਥੇ। ਤਾਂ ਓਵਰਆਲ 4 ਤਰ੍ਹਾਂ ਦੇ ਕੁਐਸਚਨ ਬਣੇ ਨੇ। ਕਿਹੜੇ ਕਿਹੜੇ ਬਣੇ ਨੇ ਆਪਣੇ ਕੋਲ, ਇੱਕ ਤਾਂ ਆਪਾਂ ਲਿਆ ਹੈਗਾ y equals to x plus 1, ਨਾ ਨੀਚੇ 0 ਬਣਦਾ ਜੀ, ਇਹ ਨਾ ਆਇਓਟਾ ਬਣਦਾ ਸੀ, ਡੋਮੇਨ ਰੀਅਲ ਆਈ ਸੀ। ਦੂਜਾ ਕੁਐਸਚਨ ਲਿਆ ਸੀ ਆਪਾਂ 1 upon x plus 1, ਇਹ ਨੀਚੇ 0 ਤਾਂ ਬਣ ਗਿਆ ਸੀ ਪਰ ਆਇਓਟਾ ਨਹੀਂ ਬਣਿਆ ਸੀ। ਫਿਰ ਆਪਾਂ ਕੁਐਸਚਨ ਲਿਆ ਸੀਗਾ y equal to root of x plus 1, ਇਹ ਨੀਚੇ 0 ਨਹੀਂ ਬਣਦਾ ਸੀ ਪਰ ਆਇਓਟਾ ਬਣ ਗਿਆ। ਫਿਰ ਆਪਾਂ ਕੁਐਸਚਨ ਲਿਆ ਜੀ 1 upon root x plus 1, ਇਹ ਨੀਚੇ 0 ਵੀ ਬਣਦਾ ਹੈਗਾ ਤੇ ਆਇਓਟਾ ਵੀ ਬਣਦਾ। ਇਹ 4 ਟਾਈਪ ਦੇ ਕੁਐਸਚਨ ਮੇਨ ਨੇ। ਕੁਝ ਵੀ ਨਾ ਬਣੇ, ਨੀਚੇ 0 ਬਣੇ, ਕੱਲਾ ਆਇਓਟਾ ਬਣਿਆ, ਦੋਨੇ ਕੱਲਾ ਬਣੇ। 4 ਤਰ੍ਹਾਂ ਦੇ ਕੁਐਸਚਨ ਆਪਾਂ ਕੀਤੇ ਹੈਗੇ ਨੇ। ਇਹ ਡੋਮੇਨ ਦਾ ਕਨਸੈਪਟ ਆ। ਬਾਕੀ ਜੋ ਰੇਂਜ ਦਾ ਕਨਸੈਪਟ ਆ, ਰੇਂਜ ਉਹ ਆਪਾਂ ਨੈਕਸਟ ਟੌਪਿਕ 'ਚ ਕਰਾਂਗੇ। ਇੱਕ ਛੋਟੀ ਗੱਲ ਹੋਰ ਦੱਸਣੀ ਹੈ ਇਹਦੇ ਵਿੱਚ, ਜਿਵੇਂ ਤੁਹਾਨੂੰ ਕੁਐਸਚਨ ਆਉਂਦੇ ਹੈਗੇ ਨੇ ਫਾਈਂਡ ਦਾ ਡੈਰੀਵੇਟਿਵ, ਜਿਵੇਂ f of x ਕਿੰਨਾ ਆ ਗਿਆ 1 upon x plus 1, ਇਹ ਹੈ। ਇਹ ਨਾਲ ਨਾ ਕਈ ਵਾਰੀ ਮੈਂਸ਼ਨ ਕੀਤਾ ਹੁੰਦਾ ਕਿ x not equal to -1। ਵੈਸੇ ਆਪਾਂ ਇਹ ਗੱਲ ਗੌਰ ਨਹੀਂ ਕਰਦੇ ਹੈਗੇ। ਸਿੱਧਾ ਡੈਰੀਵੇਟਿਵ ਕਿਵੇਂ ਕਰਾਂਗੇ, ਇਹਦਾ f of dash x ਬਣ ਜਾਏਗਾ -1 upon x plus 1 ਦਾ ਸਕੁਅਰ। ਇਹ ਚੀਜ਼ ਆਪਾਂ ਗੌਰ ਨਹੀਂ ਕਰਦੇ ਹੈਗੇ। ਪਰ ਜਿਹੜੀ ਚੀਜ਼ ਨਾਲ ਗਿਵਨ ਹੁੰਦੀ ਹੈਗੀ ਆ, ਇਹ ਡੋਮੇਨ ਹੁੰਦੀ ਹੈ। ਡੋਮੇਨ ਮਤਲਬ ਕਿ ਇਹ ਦੱਸਣ ਵਾਸਤੇ ਕਿ ਫੰਕਸ਼ਨ ਇਹ ਡਿਫਾਈਨ ਹੋਵੇ। ਜੇ ਫੰਕਸ਼ਨ ਡਿਫਾਈਨ ਹੋਊਗਾ ਤਾਂ ਹੀ ਆਪਾਂ ਡੈਰੀਵੇਟਿਵ ਕਰਾਂਗੇ। x not equal to -1 ਕਿਉਂ ਪਾਇਆ, ਲੱਗ ਗਿਆ ਹੋਗਾ ਪਤਾ। ਜੇ x -1 ਦੇ ਇਕੁਅਲ ਹੋ ਗਿਆ, ਇਹ ਨਾਟ ਡਿਫਾਈਨ ਹੋਏਗਾ, ਨੀਚੇ 0 ਬਣ ਜਾਏਗਾ। ਇਸ ਕਰਕੇ ਜਿਹੜੀਆਂ ਗੱਲਾਂ ਨਾਲ ਗਿਵਨ ਹੁੰਦੀਆਂ ਡੋਮੇਨ ਹੁੰਦੀ ਹੈ। ਜਾਂ ਲੋੜ ਵੀ ਨਹੀਂ ਹੁੰਦੀ ਦੇਖਣ ਦੀ, ਕਿਉਂ ਜੇ ਗਿਵਨ ਨਾ ਵੀ ਹੋਵੇ, ਇਹ ਚੀਜ਼ ਗਿਵਨ ਨਾ ਹੋਵੇ, ਕੱਲਾ ਸਿੰਪਲ ਕੁਐਸਚਨ ਇਦਾਂ ਆ ਜੇ
ਤਾਂ ਵੀ ਅੰਡਰਸਟੂਡ ਆ ਕਿ ਆਪਾਂ ਡੋਮੇਨ ਦੇ ਵਿੱਚ ਹੀ ਗੱਲ ਕਰਨੀ ਹੈ, ਤਾਂ ਵੀ ਇਹਦੀ ਡੋਮੇਨ ਕੀ ਹੋਊਗੀ x not equal to -1 ਹੀ ਹੋਊਗੀ। ਮਤਲਬ ਇਹ ਜਿਹੜੀ ਨਾਲ ਚੀਜ਼ ਦਿੱਤੀ ਹੁੰਦੀ ਹੈ ਡੋਮੇਨ ਹੁੰਦੀ ਹੈ, ਇਹਨੂੰ ਦੇਖ ਲਓਗੇ ਤਾਂ ਵੀ ਚੰਗੀ ਗੱਲ, ਨਹੀਂ ਦੇਖੋਗੇ ਤਾਂ ਵੀ ਕੋਈ ਫਰਕ ਨਹੀਂ ਪੈ ਰਿਹਾ ਜ਼ਿਆਦਾ। ਇਸ ਤੋਂ ਬਾਅਦ ਡੋਮੇਨ ਤੋਂ ਬਾਅਦ ਆਪਾਂ ਰੇਂਜ ਟੌਪਿਕ ਸ਼ੁਰੂ ਕਰਨਾ ਹੈਗਾ। ਉਸ ਤੋਂ ਬਾਅਦ ਆਪਾਂ 1 1 on to ਤੇ ਇਨਵਰਸਿਟੀ 3 ਟੌਪਿਕ ਉਸ ਤੋਂ ਬਾਅਦ ਹੋਰ ਨੇ। ਜਿਹੜਾ ਮੇਨ ਆਪਾਂ ਨੂੰ ਅਲਜੈਬਰੇ ਵਿੱਚ ਯੂਜ਼ ਹੋਊਗਾ ਉਹ 1 1 on to ਤੇ ਇਨਵਰਸ ਹੋਊਗਾ। ਮੋਸਟਲੀ 1 1 ਤੇ on to ਦੀ ਗੱਲ ਹੋਊਗੀ। ਹੁਣ ਇਹ ਟੌਪਿਕ ਤਾਂ ਕਰਵਾਇਆ ਗਿਆ ਹੈ ਕਿ 1 1 on to ਵੀ ਤਾਂ ਸਮਝ ਆਊਗਾ ਜੇ ਡੋਮੇਨ ਤੇ ਰੇਂਜ ਬਾਰੇ ਪਤਾ ਹੋਊਗਾ। 1 1 on to ਚ ਲੋਡ ਪੈਣੀ ਹੈ ਜੀ। ਆ ਡੋਮੇਨ ਤੇ ਰੇਂਜ ਕਨਸੈਪਟ +1 ਦੇ ਵਿੱਚ ਸੀਗਾ ਤੇ ਜਿਹੜਾ ਰੇਂਜ ਕਨਸੈਪਟ ਸੀਗਾ ਉਹ +2 ਵਿੱਚ ਹੈ। ਸੋ ਬਾਕੀ ਆਪਾਂ ਫਿਰ ਨੈਕਸਟ ਟਾਈਮ ਕਰਾਂਗੇ ਜੀ। ਥੈਂਕ ਯੂ।